इस पॉडकास्ट ते तुहाडा स्वागत ते मैं तुहाडा अपना शायर यार। अज दे इस प्रोग्राम तुसीं सुणोगे पंजाबी दे प्रसिद्ध कहानीकार मरहूम अमर सिंह दी लिखी हुई कहानी बूटा मुहम्मद बुढ़े वाला। ਤਾਰਿਆਂ ਦੀ ਲੋਅ ਵਿੱਚ ਪੰਜਾਬ ਖਾਲਸਾ ਸੋਡਾ ਵਾਟਰ ਫੈਕਟਰੀ ਦੇ ਮਾਲਕ ਜਸਰਾਮ ਸਿੰਘ ਨੇ ਆ ਕੇ ਆਪਣੇ ਹੱਥ ਦੀਆਂ ਉਂਗਲਾਂ ਦੁਕਾਨ ਦੇ ਥੜੇ ਤੇ ਛੁਹਾਈਆਂ ਤੇ ਫਿਰ ਆਪਣੇ ਮੱਥੇ ਨੂੰ ਲਾ ਲਈਆਂ। ਇਸ ਤਰ੍ਹਾਂ ਕਰਦੇ ਹੋਏ ਜਿੱਥੇ ਉਸਨੇ ਦਿਲ ਹੀ ਦਿਲ ਵਿੱਚ ਲక్ష్ਮੀ ਅੱਗੇ ਅਰਦਾਸ ਕੀਤੀ, ਉੱਥੇ ਤੌਹੀਦ ਪ੍ਰਸਤ ਗੁਰੂ ਨਾਨਕ ਦਾ ਨਾਮ ਵੀ ਲਿਆ। ਜਦ ਉਸਨੇ ਪਿੱਛੇ ਹਟ ਕੇ ਦੁਕਾਨ ਤੇ ਨਜ਼ਰ ਮਾਰੀ ਤਾਂ ਉਸ ਦੀ ਨਜ਼ਰ ਇੱਕ ਵੱਡੇ ਬੋਰਡ ਤੇ ਪਈ। शहर का सबसे पुराना और मशहूर बैंड मैनेजर बूटा मुहम्मद बुढ़े वाला। बूटा मुहम्मद ਤਾਂ ਉਹ ਸਮਝ ਗਿਆ ਕਿ ਉੱਪਰ ਵਾਲੀ ਬੈਠਕ ਦੇ ਵਸਨੀਕ ਬੂਟੇ ਵਾਜਿਆਂ ਵਾਲੇ ਦਾ ਨਾਂ ਹੈ, ਪਰ ਉਹ ਬੁੱਢੇ ਵਾਲਾ ਦਾ ਮਤਲਬ ਉਹ 2-3 ਵਾਰ ਹੀ ਪੜ੍ਹਨ ਤੇ ਵੀ ਨਾ ਸਮਝ ਸਕਿਆ। ਹਾਰ ਕੇ ਉਹ ਦੁਕਾਨ ਖੋਲ੍ਹਣ ਲੱਗ ਪਿਆ। ਸਾਹਮਣੇ ਵਾਲੇ ਮਕਾਨ ਤੋਂ ਲਾਲਾ ਤੀਰਥ ਰਾਮ ਉਤਰੇ ਤੇ ਦੁਕਾਨ ਦੇ ਥੜੇ ਤੇ ਬੈਠ ਕੇ ਦਾਤਨ ਕਰਨ ਲੱਗ ਪਏ। ਇਹਨਾਂ ਦੀ ਦੁਕਾਨ ਵਿੱਚ ਇੱਕ ਮੁਨਿਆਰ ਕਿਰਾਏਦਾਰ ਸੀ। ਉਸਨੇ ਕਈ ਵਾਰੀ ਲਾਲਾ ਜੀ ਅੱਗੇ ਸ਼ਿਕਾਇਤ ਕੀਤੀ ਸੀ ਕਿ ਕੋਈ ਸਵੇਰੇ ਉਸ ਦੀ ਹੱਟੀ ਅੱਗੇ ਥੁੱਕਾਂ ਤੇ ਖੰਘਾਰਾਂ ਦਾ ਢੇਰ ਲਾ ਜਾਂਦਾ ਹੈ, ਜਿਸ ਕਰਕੇ ਸਾਰਾ ਦਿਨ ਮੱਖੀਆਂ ਭਿਣਕਦੀਆਂ ਰਹਿੰਦੀਆਂ ਹਨ। ਮੁਨਿਆਰ ਨੂੰ ਭਾਵੇਂ ਇਹ ਪਤਾ ਸੀ ਕਿ ਥੁੱਕਣ ਵਾਲਾ ਲਾਲਾ ਜੀ ਤੋਂ ਸਿਵਾਏ ਕੋਈ ਹੋਰ ਨਹੀਂ ਸੀ, ਪਰੰਤੂ ਉਸਨੇ ਕਦੀ ਵੀ ਲਾਲਾ ਜੀ ਦੇ ਮੂੰਹ ਤੇ ਉਹਨਾਂ ਦਾ ਨਾਮ ਨਹੀਂ ਸੀ ਲਿਆ। ਸੋ ਜਦੋਂ ਉਹ ਲਾਲਾ ਜੀ ਅੱਗੇ ਸ਼ਿਕਾਇਤ ਕਰਦਾ ਤਾਂ ਲਾਲਾ ਜੀ ਅੱਗੋਂ ਕਹਿੰਦੇ ਕਿ ਪਤਾ ਨਹੀਂ ਕੌਣ ਥੁੱਕ ਜਾਂਦਾ ਹੈ, ਅਤੇ ਇਹ ਵੀ ਕਹਿੰਦੇ ਕਿ ਉਹ ਪਤਾ ਕਰਨਗੇ ਕੌਣ ਥੁੱਕਦਾ ਹੈ। ਇਸ ਦੇ ਬਾਵਜੂਦ ਲਾਲਾ ਜੀ ਦੇ ਨੇਮ ਵਿੱਚ ਕੋਈ ਫਰਕ ਨਾ ਪੈਂਦਾ। ਦੁਕਾਨ ਅੱਗੇ ਥੁੱਕਣਾ ਉਹ ਆਪਣਾ ਹੱਕ ਸਮਝਦੇ ਸਨ, ਕਿਉਂਕਿ ਦੁਕਾਨ ਉਹਨਾਂ ਦੀ ਆਪਣੀ ਮਲਕੀਅਤ ਸੀ ਤੇ ਬਾਜ਼ਾਰ ਮੁਨਿਆਰ ਦੇ ਪਿਓ ਦਾ ਤਾਂ ਨਹੀਂ ਸੀ। ਸਿਆਲ ਵਿੱਚ ਸੋਡਾ ਵਾਟਰ ਫੈਕਟਰੀ ਚਾਹ ਦੀ ਦੁਕਾਨ ਵਿੱਚ ਬਦਲ ਜਾਂਦੀ ਸੀ, ਜਿਸ ਨੂੰ ਜਸਰਾਮ ਰੈਸਟੋਰਾਂਟ ਕਿਹਾ ਜਾਂਦਾ ਸੀ। ਜਸਰਾਮ ਸਿੰਘ ਨੇ ਜਦੋਂ ਲਾਲਾ ਜੀ ਦੇ ਖੰਘਾਰਨ ਦੀ ਆਵਾਜ਼ ਸੁਣੀ ਤਾਂ ਉਹ ਅੱਗ ਬਾਲਦਾ ਪੱਖਾ ਹੱਥ ਵਿੱਚ ਫੜੀ ਥੜੇ ਤੇ ਆ ਗਿਆ ਤੇ ਲਾਲਾ ਤੀਰਥ ਰਾਮ ਨੂੰ ਸੰਬੋਧਿਤ ਹੋ ਕੇ ਬੋਲਿਆ, ਸ਼ਾਹ ਜੀ ਕੁਝ ਵੇਖਿਆ ਜੇ? ਤੇ ਉਹ ਹੱਸਣ ਲੱਗ ਪਿਆ। ਇਹ ਬੂਟਾ ਮੁਹੰਮਦ ਬੁੱਢੇ ਵਾਲਾ। ਉਸ ਬੋਰਡ ਵੱਲ ਇਸ਼ਾਰਾ ਕੀਤਾ ਤੇ ਹਾਹਾ ਕਰਕੇ ਹੱਸਣ ਲੱਗ ਪਿਆ। ਲਾਲਾ ਜੀ ਨੇ ਕੁਝ ਚਿਰ ਸੋਚਣ ਪਿੱਛੋਂ ਕਿਹਾ, ਕੁਝ ਸਮਝ ਨਹੀਂ ਆਉਂਦੀ, ਤੇ ਉਹ ਵੀ ਹੀ ਕਰਕੇ ਹੱਸਣ ਲੱਗ ਪਿਆ। ਦਿਨ ਚੜ੍ਹਨ ਨਾਲ ਜਦੋਂ ਜਸਰਾਮ ਦੇ ਗਾਹਕ ਅਤੇ ਬਾਜ਼ਾਰ ਦੇ ਹੋਰ ਲੋਕੀ ਆਉਣ ਲੱਗ ਪਏ ਤਾਂ ਜਸਰਾਮ ਸਿੰਘ ਹਰ ਇੱਕ ਨਾਲ ਇਸ ਦੀ ਚਰਚਾ ਕਰਦਾ ਅਤੇ ਬੁੱਢੇ ਵਾਲਾ ਇੱਕ ਬੁਝਾਰਤ ਬਣ ਹਰ ਇੱਕ ਦੀ ਦਿਲਚਸਪੀ ਦਾ ਕੇਂਦਰ ਬਣ ਗਿਆ। ਜਸਰਾਮ ਸਿੰਘ ਦੀ ਦੁਕਾਨਦਾਰੀ ਦਾ ਇੱਕ ਵੱਡਾ ਭੇਤ ਇਹ ਵੀ ਸੀ ਕਿ ਉਹ ਆਪਣੇ ਗਾਹਕਾਂ ਨੂੰ ਗਰਮ ਚਾਹ ਦੇ ਨਾਲ ਗੱਲਾਂ ਬਾਤਾਂ ਸੁਣਾਉਂਦਾ ਰਹਿੰਦਾ ਸੀ। ਇਹਨਾਂ ਗੱਲਾਂ ਬਾਤਾਂ ਦੇ ਨਵੇਂ ਅਤੇ ਗਰਮ ਮਜ਼ਮੂਨ ਹੁੰਦੇ ਸਨ। ਉਸ ਦੀ ਦੁਕਾਨ ਤੇ ਉਧਾਲੇ ਅਤੇ ਜਨਾਬਿਲ ਜਬਰ ਤੋਂ ਲੈ ਕੇ ਕੌਮਾਂਤਰੀ ਰਾਜਨੀਤੀ ਤੱਕ ਹਰ ਵਿਸ਼ੇ ਤੇ ਬਹਿਸ ਹੋਇਆ ਕਰਦੀ ਸੀ। ਪਰ ਅੱਜ ਦੀ ਬਹਿਸ ਦਾ ਸਿਰਲੇਖ ਇਹ ਸਾਈਨ ਬੋਰਡ ਹੀ ਸੀ। ਲੰਮੇ ਚੌੜੇ ਬਹਿਸ ਮੁਬਾਸੇ ਤੋਂ ਪਿੱਛੋਂ ਜਦ ਕੋਈ ਵੀ ਇਸ ਬੁੱਢੇ ਵਾਲੇ ਦਾ ਮਤਲਬ ਨਾ ਕੱਢ ਸਕਿਆ ਤਾਂ ਅੰਤ ਵਿੱਚ ਇਹੋ ਫੈਸਲਾ ਹੋਇਆ ਕਿ ਬੂਟੇ ਦੇ ਆਉਣ ਤੇ ਉਸੇ ਕੋਲੋਂ ਇਸ ਦੇ ਅਰਥ ਪੁੱਛੇ ਜਾਣਗੇ। ਸੋ ਜਦੋਂ ਬੂਟਾ ਆਪਣੇ ਟੀਨ ਦੇ ਡੱਬੇ ਵਿੱਚ ਚਾਹ ਲੈਣ ਲਈ ਆਇਆ ਅਤੇ ਉਸ ਤੋਂ ਇਸ ਦੇ ਅਰਥ ਪੁੱਛੇ ਗਏ ਤਾਂ ਉਹ ਉਹਨਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਿਆ। ਉਹ ਆਪ ਇਸ ਬੁੱਢੇ ਵਾਲੇ ਦਾ ਮਤਲਬ ਸਮਝਣ ਤੋਂ ਅਸਮਰੱਥ ਸੀ। ਅਖੀਰ ਜਦੋਂ ਉਸ ਨੂੰ ਚੰਗੀ ਤਰ੍ਹਾਂ ਸਮਝਾਇਆ ਗਿਆ ਕਿ ਉਸ ਦੇ ਬੋਰਡ ਉੱਤੇ ਕੀ ਲਿਖਿਆ ਹੋਇਆ ਹੈ ਤਾਂ ਉਹ ਬੋਲਿਆ, ਤੁਹਾਨੂੰ ਪੜ੍ਹਨਾ ਨਹੀਂ ਆਉਂਦਾ? ਇਹ ਬੂਟਾ ਮੁਹੰਮਦ ਬੁੱਢੇ ਵਾਲਾ ਨਹੀਂ, ਸਗੋਂ ਬੂਟਾ ਮੁਹੰਮਦ ਬਾਜੇ ਵਾਲਾ ਲਿਖਿਆ ਹੋਇਆ ਹੈ। ਪਰ ਜਦੋਂ ਉਸ ਨੂੰ ਯਕੀਨ ਦਿਵਾਇਆ ਗਿਆ ਕਿ ਸੱਚਮੁੱਚ ਇਹ ਬਾਜੇ ਵਾਲਾ ਨਹੀਂ ਬੁੱਢੇ ਵਾਲਾ ਲਿਖਿਆ ਹੋਇਆ ਹੈ ਤਾਂ ਉਹ ਕਹਿਣ ਲੱਗਾ, ਇਹ ਸਭ ਉਸ ਹਰਾਮੀ ਪੇਂਟਰ ਦੀ ਬਦਮਾਸ਼ੀ ਹੈ। ਮੈਂ ਹੁਣੇ ਜਾ ਕੇ ਉਸ ਨੂੰ ਪੁੱਛਣਾ। ਜਦੋਂ ਉਸਨੇ ਪੇਂਟਰ ਤੋਂ ਜਵਾਬ ਤਲਬੀ ਕੀਤੀ ਤਾਂ ਪੇਂਟਰ ਨੇ ਜਵਾਬ ਦਿੱਤਾ, ਮੈਂ ਉਰਦੂ ਘੱਟ ਪੜ੍ਹਿਆ ਹੋਇਆ ਹਾਂ। ਜੋ ਤੂੰ ਮੈਨੂੰ ਕਾਗਜ਼ ਉੱਤੇ ਲਿਖ ਕੇ ਦੇ ਗਿਆ ਸੀ ਉਹ ਮੈਂ ਬੋਰਡ ਉੱਤੇ ਉਂਝ ਹੀ ਲਿਖ ਦਿੱਤਾ ਅਤੇ ਚੌਹਾਂ ਆਦਮੀਆਂ ਵਿਚਕਾਰ
ਉਸਨੇ ਉਹ ਕਾਗਜ਼ ਕੱਢ ਕੇ ਰੱਖ ਦਿੱਤਾ। ਹੋਇਆ ਇੰਜ ਕਿ ਬੂਟੇ ਨੇ ਆਪਣੇ ਖਿਆਲ ਅਨੁਸਾਰ ਕਿਸੇ ਚੰਗੇ ਪੜ੍ਹੇ ਲਿਖੇ ਕੋਲੋਂ ਬੋਰਡ ਦਾ ਮਜ਼ਮੂਨ ਕਾਗਜ਼ ਉੱਤੇ ਲਿਖਵਾ ਲਿਆ ਸੀ। ਬਾਜੇਵਾਲਾ ਉਸਨੇ ਕੁਝ ਇਸ ਤਰ੍ਹਾਂ ਉਰਦੂ ਵਿੱਚ ਲਿਖਿਆ ਕਿ ਪੇਂਟਰ ਨੇ ਉਸ ਨੂੰ ਬਾਜੇਵਾਲਾ ਨਹੀਂ ਸਗੋਂ ਬੁੱਢੇ ਵਾਲਾ ਪੜ੍ਹਿਆ ਅਤੇ ਇਸ ਤਰ੍ਹਾਂ ਹੀ ਬੋਰਡ ਉੱਤੇ ਲਿਖ ਦਿੱਤਾ। ਬੂਟੇ ਨੇ ਪੇਂਟਰ ਨਾਲ ਝਗੜਨਾ ਸ਼ੁਰੂ ਕੀਤਾ। ਉਸ ਦਾ ਕਹਿਣਾ ਸੀ ਕਿ ਕਸੂਰ ਉਸ ਦਾ ਨਹੀਂ, ਸਾਰਾ ਪੇਂਟਰ ਦਾ ਹੈ, ਪਰ ਪੇਂਟਰ ਕਹਿੰਦਾ ਕਿ ਕਸੂਰ ਉਸ ਦਾ ਨਹੀਂ। ਜਦੋਂ ਝਗੜਾ ਹੋਰ ਵਧਿਆ ਤਾਂ ਦੋਹਾਂ ਚੌਹਾਂ ਆਦਮੀਆਂ ਨੇ ਵਿਚੋਲੇ ਪੈ ਕੇ ਝਗੜਾ ਇਸ ਤਰ੍ਹਾਂ ਚੁਕਾਇਆ ਕਿ ਪੇਂਟਰ ਨੇ ਬੋਰਡ ਲਿਖਣ ਦੀ ਜੋ ਮਜ਼ਦੂਰੀ ਪਹਿਲੇ ਲਈ ਸੀ ਉਸ ਕੋਲੋਂ ਅੱਧੀ ਮਜ਼ਦੂਰੀ ਲੈ ਕੇ ਬੋਰਡ ਦੁਬਾਰਾ ਲਿਖ ਦੇਵੇ। ਬੂਟੇ ਨੇ ਇਹ ਫੈਸਲਾ ਮਨਜ਼ੂਰ ਕਰ ਲਿਆ, ਪਰ ਜਦੋਂ ਘਰ ਆ ਕੇ ਉਸਨੇ ਹਿਸਾਬ ਕੀਤਾ ਤਾਂ ਉਸਨੂੰ ਪਤਾ ਲੱਗਾ ਕਿ ਜੇ ਉਸਨੇ ਬੋਰਡ ਲਿਖਵਾ ਲਿਆ ਤਾਂ ਉਸਦੇ ਕੋਲ ਉਸ ਪਤਲੂਨ ਕੋਟ ਦੀ ਸਵਾਈ ਦੇਣ ਲਈ ਕਾਫੀ ਪੈਸੇ ਬਾਕੀ ਨਹੀਂ ਬਚਣਗੇ ਜਿਹੜਾ ਉਸਨੇ ਸਿਉਣ ਲਈ ਦਰਜੀ ਨੂੰ ਦਿੱਤਾ ਹੋਇਆ ਸੀ। ਸੋ ਉਸਨੇ ਇੱਕ ਕਾਗਜ਼ ਉੱਤੇ ਬਾਜੇ ਵਾਲਾ ਲਿਖਵਾ ਕੇ ਬੁੱਢੇ ਵਾਲਾ ਦੇ ਉੱਤੇ ਲੇਵੀ ਨਾਲ ਚੰਬੋੜ ਦਿੱਤਾ, ਪਰ ਮੀਂਹ ਵਸਣ ਨਾਲ ਇਹ ਕਾਗਜ਼ ਧੋਤਾ ਗਿਆ ਅਤੇ ਬੁੱਢੇ ਵਾਲਾ ਆਪਣੀ ਅਸਲੀ ਸੂਰਤ ਵਿੱਚ ਹੀ ਦੇਖਣ ਲੱਗ ਪਿਆ। ਬੂਟੇ ਦਾ ਪਿਓ ਕਿਸੇ ਜ਼ਮਾਨੇ ਵਿੱਚ ਸ਼ਹਿਰ ਦਾ ਸਭ ਤੋਂ ਮਸ਼ਹੂਰ ਬੈਂਡ ਮਾਸਟਰ ਸੀ। ਸ਼ਹਿਰ ਦੇ ਵੱਡੇ ਵੱਡੇ ਰਈਸ ਅਤੇ ਧਨਾੜ ਉਸ ਨੂੰ ਵਿਆਹ ਸ਼ਾਦੀਆਂ ਦੇ ਮੌਕਿਆਂ ਤੇ ਬੁਲਾਇਆ ਕਰਦੇ ਸਨ ਅਤੇ ਉਹ ਜਹਾਂਗੀਰ ਦੇ ਵਕਤ ਦੀ ਬਣੀ ਹੋਈ ਸੁਥਰਿਆਂ ਦੀ ਹਵੇਲੀ ਵਿੱਚ ਸਦਰ ਬਾਜ਼ਾਰ ਦੇ ਉੱਪਰ ਵਾਲੀ ਵੱਡੀ ਬੈਠਕ ਵਿੱਚ ਰਿਹਾ ਕਰਦਾ ਸੀ, ਜਿਹੜੀ ਚੌਂਕ ਦੇ ਐਨ ਸਿਰੇ ਤੇ ਸੀ। ਪਰ ਉਹ ਉਦੋਂ ਦੀ ਗੱਲ ਹੈ ਜਦੋਂ ਖੁਦਾ ਬਖਸ਼ ਆਪਣੀ ਚੜ੍ਹਦੀ ਜਵਾਨੀ ਵਿੱਚ ਸੀ। ਉਸ ਦੇ ਸਾਹ ਅਤੇ ਉਂਗਲਾਂ ਵਿੱਚ ਜਵਾਨੀ ਦੀ ਤੇਜ਼ੀ ਸੀ। ਉਹਨਾਂ ਦਿਨਾਂ ਵਿੱਚ ਹੀ ਇੱਕ ਵਾਰੀ ਭਾਈ ਸਾਹਿਬ ਭਾਈ ਕਾਹਨ ਸਿੰਘ ਦੇ ਪੁੱਤਰ ਦੀ ਜੰਝ ਵਿੱਚ ਉਸ ਸ਼ੁੱਧ ਕਲਿਆਣ ਦਾ ਅਲਾਪ ਕਰਦੇ ਕਰਦੇ ਇਹੋ ਜਿਹੀਆਂ ਤਾਨਾਂ ਲਾਈਆਂ ਸਨ ਕਿ ਸਾਰੇ ਜਾਂਜੀ ਲੋਟ-ਪੋਟ ਹੋ ਗਏ ਸਨ। ਇੱਕ ਤਾਨ ਉੱਤੇ ਤਾਂ ਭਾਈ ਵਲਾਇਤ ਖਾਂ, ਜੋ ਭਾਈ ਸਾਹਿਬ ਭਾਈ ਕਾਹਨ ਸਿੰਘ ਦਾ ਦੋਸਤ ਸੀ, ਹਾਏ ਹਾਏ ਜ਼ਾਲਮ ਨੇ ਮਾਰ ਸੁੱਟਿਆ ਕਹਿੰਦਾ ਹੋਇਆ ਬਿਨਾਂ ਇਸ ਗੱਲ ਦੀ ਪਰਵਾਹ ਕੀਤੇ ਕਿ ਉਸ ਦੇ ਕੱਪੜੇ ਖਰਾਬ ਹੋ ਜਾਣਗੇ ਘੱਟੇ ਵਿੱਚ ਹੀ ਲੇਟਣ ਲੱਗ ਪਿਆ ਸੀ। ਪਰ ਇਹ ਗੱਲਾਂ ਤਾਂ ਹੁਣ ਖਤਮ ਹੋ ਚੁੱਕੀਆਂ ਸਨ। ਸੁਥਰਿਆਂ ਦਾ ਮਹੰਤ ਜੂਏ ਵਿੱਚ ਆਪਣੀ ਹਵੇਲੀ ਦਾ ਉਹ ਹਿੱਸਾ ਹਾਰ ਚੁੱਕਾ ਸੀ ਜਿਸ ਵਿੱਚ ਕਦੀ ਖੁਦਾ ਬਖਸ਼ ਰਿਹਾ ਕਰਦਾ ਸੀ। ਉਹ ਪੁਰਾਣੀ ਇਮਾਰਤ ਢਹਿ ਚੁੱਕੀ ਸੀ ਅਤੇ ਉਸ ਦੀ ਥਾਂ ਹੁਣ ਕੀਮਤੀ ਰਾਏ ਮਾਰਕੀਟ ਬਣ ਗਈ ਸੀ। ਖੁਦਾ ਬਖਸ਼ ਹੁਣ ਜਸਰਾਮ ਸਿੰਘ ਦੇ ਉੱਪਰ ਵਾਲੀ ਬੈਠਕ ਵਿੱਚ ਰਹਿੰਦਾ ਸੀ। ਇਹ ਬੈਠਕ ਸਿੱਖਾਂ ਦੇ ਜ਼ਮਾਨੇ ਦੀ ਬਣੀ ਹੋਈ ਸੀ ਅਤੇ ਇੰਨੀ ਖਸਤਾ ਹਾਲਤ ਵਿੱਚ ਸੀ ਕਿ ਇੰਜ ਮਾਲੂਮ ਹੁੰਦਾ ਸੀ ਕਿ ਇੱਕ ਵਾਰੀ ਮੀਂਹ ਪੈਣ ਤੇ ਇਹ ਜ਼ਰੂਰ ਬਹਿ ਜਾਏਗੀ। ਪਰ ਇਹ ਬੈਠਕ ਉਸੇ ਤਰ੍ਹਾਂ ਤੱਤਾਂ ਦਾ ਮੁਕਾਬਲਾ ਕਰੀ ਜਾ ਰਹੀ ਸੀ ਜਿਸ ਤਰ੍ਹਾਂ ਬੁੱਢਾ ਖੁਦਾ ਬਖਸ਼ ਦਮੇ ਨਾਲ ਖੰਘ ਕੇ ਸਮੇਂ ਨਾਲ ਲੜੀ ਜਾ ਰਿਹਾ ਸੀ। ਬੁੱਢੇ ਦੀ ਮੰਗ ਘਟਦੀ ਹੁਣ ਕੇਵਲ ਇੰਨੀ ਰਹਿ ਗਈ ਸੀ ਕਿ ਸ਼ਹਿਰ ਵਿੱਚ ਜਦੋਂ ਕਦੇ ਕੋਈ ਘਟੀਆ ਥੀਏਟਰੀਕਲ ਕੰਪਨੀ ਜਾਂ ਸਰਕਸ ਆ ਜਾਂਦੀ ਤਾਂ ਉਸ ਨੂੰ ਸਰਕਸ ਦੀ ਖਾਸ ਧੁਨ ਵਜਾਉਣ ਲਈ ਬੁਲਾਇਆ ਜਾਂਦਾ ਸੀ। ਬੂਟੇ ਨੇ ਵੀ ਇਹ ਧੁਨ ਆਪਣੇ ਪਿਓ ਕੋਲੋਂ ਹੀ ਸਿੱਖ ਲਈ ਸੀ ਅਤੇ ਸ਼ਹਿਰ ਦੇ ਦੂਸਰੇ ਬੈਂਡਾਂ ਨੂੰ ਜਾਂ ਤਾਂ ਇਹ ਵਜਾਉਣੀ ਨਹੀਂ ਸੀ ਆਉਂਦੀ ਜਾਂ ਉਹ ਵਜਾਉਣੀ ਆਪਣੀ ਸ਼ਾਨ ਦੇ ਵਿਰੁੱਧ ਸਮਝਦੇ ਸਨ। ਪਿਛਲੇ ਦਿਨੀ ਇੱਕ ਸਰਕਸ ਤੋਂ ਹੀ ਬੂਟੇ ਨੂੰ ਕੁਝ ਆਮਦਨ ਹੋ ਗਈ ਅਤੇ ਉਸਨੇ ਇਹ ਬੋਰਡ ਲਿਖਵਾਇਆ ਸੀ ਜਿਹੜਾ ਸਾਰੇ ਬਾਜ਼ਾਰ ਲਈ ਮੌਜੂ ਬਣਿਆ ਹੋਇਆ ਸੀ। ਉਸਨੇ 12 ਆਨੇ ਗਜ਼ ਦਾ ਕੱਪੜਾ ਖਰੀਦ ਕੇ ਇੱਕ ਸੂਟ ਵੀ ਸਵਾਇਆ ਸੀ ਤਾਂ ਜੋ ਉਹ ਅਪ ਟੂ ਡੇਟ ਬਣ ਕੇ ਲੋਕਾਂ ਉੱਤੇ ਆਪਣੇ ਚੰਗੇ ਬੈਂਡ ਮਾਸਟਰ ਹੋਣ ਦਾ ਪ੍ਰਭਾਵ ਪਾ ਸਕੇ, ਕਿਉਂਕਿ ਉਸਦੇ ਖਿਆਲ ਵਿੱਚ ਹੁਣ ਸਮਾਂ ਹੀ ਇਹੋ ਜਿਹਾ ਆ ਗਿਆ ਸੀ ਜਿਸ ਵਿੱਚ ਗੁਣਾਂ ਨਾਲੋਂ ਕੱਪੜਿਆਂ ਨੂੰ ਵਧੇਰੇ ਵਿਸ਼ੇਸ਼ਤਾ ਪ੍ਰਾਪਤ ਸੀ। ਇਸ ਵਿੱਚ ਵਿਚਾਰੇ ਬੂਟੇ ਦਾ ਵੀ ਕੀ ਕਸੂਰ ਸੀ? ਉਸਦੀ ਸ਼ਕਲ ਇਹ ਸੂਟ ਪਾ ਕੇ ਹੋਰ ਵੀ ਹਾਸੋਹੀਣੀ ਹੋ ਗਈ ਸੀ। ਉਸਨੇ ਤਾਂ ਮੁਹੰਮਦ ਸ਼ਫੀ ਟੇਲਰ ਮਾਸਟਰ ਨੂੰ ਇਸ ਦੀ ਸਵਾਈ ਦੇ ਪੂਰੇ 1 ਰੁਪਏ 12 ਆਨੇ ਦਿੱਤੇ ਸਨ। ਚੂੰਕਿ 2 ਆਨਿਆਂ ਵਿੱਚ ਕੁੜਤਾ ਅਤੇ 3 ਆਨਿਆਂ ਵਿੱਚ ਸਲਵਾਰ ਸਿਲਵਾਉਣ ਵਾਲੇ ਬੂਟੇ ਲਈ ਇਹ ਚੋਖੀ ਵੱਡੀ ਰਕਮ ਸੀ। ਇਸ ਲਈ ਉਸਦਾ ਖਿਆਲ ਸੀ ਕਿ ਸੂਟ ਬਹੁਤ ਸੋਹਣਾ ਸੀਤਾ ਗਿਆ ਹੈ ਅਤੇ ਉਸ ਨੂੰ ਬਿਲਕੁਲ ਫਿੱਟ ਆਉਂਦਾ ਹੈ। ਟੇਲਰ ਮਾਸਟਰ ਮੁਹੰਮਦ ਸ਼ਫੀ ਨੇ ਵੀ ਆਪ ਇਸ ਦੀ ਸਿਫਤ ਕੀਤੀ ਸੀ। ਸੂਟ ਪਾ ਲੈਣ ਮਗਰੋਂ ਵੀ ਕੋਈ ਬੂਟੇ ਨੂੰ ਬੁਲਾਉਣ ਉਸ ਦੀ ਬੈਠਕ ਤੇ ਨਾ ਆਇਆ
ਆਖੀਰ ਅੱਕ ਕੇ ਉਸਨੇ ਆਪ ਹੀ ਸ਼ਹਿਰ ਵਿੱਚ ਤੁਰ ਫਿਰ ਕੇ ਕੰਮ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਪਰ ਕੰਮ ਕਦੀ-ਕਦੀ ਹੀ ਮਿਲਦਾ ਸੀ ਅਤੇ ਬਹੁਤੀ ਵਾਰੀ ਉਸਨੂੰ ਖਾਲੀ ਹੱਥ ਵਾਪਸ ਮੁੜਨਾ ਪੈਂਦਾ ਸੀ। ਇਸ ਤਰ੍ਹਾਂ ਮੂੰਹ ਨੀਵਾਂ ਕੀਤੀ ਜਦੋਂ ਬੂਟਾ ਘਰ ਆਉਂਦਾ ਤਾਂ ਬੁੱਢਾ ਉਸ ਉੱਤੇ ਇੱਕ ਸਵਾਲੀਆ ਨਜ਼ਰ ਸੁੱਟਦਾ ਅਤੇ ਜਦੋਂ ਅੱਗੋਂ ਬੂਟੇ ਦਾ ਲਮਕਿਆ ਹੋਇਆ ਚਿਹਰਾ ਦੇਖਦਾ ਤਾਂ ਹੌਕਾ ਭਰ ਕੇ ਕਹਿੰਦਾ, ਬੂਟੇ, ਉਹ ਬੂਟੇ, ਹੁਣ ਦੁਨੀਆ ਵਿੱਚ ਹੁਨਰ ਦੀ ਕਦਰ ਨਹੀਂ ਰਹੀ। ਹੁਣ ਤਾਂ ਅਨਾੜੀਆਂ ਦਾ ਜ਼ਮਾਨਾ ਹੈ ਜਿਹੜੇ ਊਟ ਪਟਾਂਗ ਫਿਲਮੀ ਧੁਨਾਂ ਵਜਾ ਕੇ ਲੋਕਾਂ ਨੂੰ ਬੇਵਕੂਫ ਬਣਾ ਲੈਂਦੇ ਨੇ। ਪਰ ਇਸ ਵਿੱਚ ਉਹਨਾਂ ਦਾ ਕੀ ਕਸੂਰ? ਅਸਲ ਵਿੱਚ ਹੁਣ ਦੁਨੀਆ ਹੀ ਬੇਵਕੂਫਾਂ ਦੀ ਹੋ ਗਈ ਹੈ। ਹੁਨਰ ਦੀ ਕਦਰ ਤਾਂ ਉਦੋਂ ਹੁੰਦੀ ਸੀ ਅਤੇ ਉਹ ਭਾਈ ਸਾਹਿਬ ਭਾਈ ਕਾਹਨ ਸਿੰਘ ਦੇ ਪੁੱਤਰ ਦੀ ਜੰਜ ਵਿੱਚ ਭਾਈ ਵਲਾਇਤ ਖਾਂ ਦੇ ਜ਼ਮੀਨ ਤੇ ਲੇਟਣ ਵਾਲੀ ਘਟਨਾ ਨੂੰ ਦੁਹਰਾਉਂਦਾ ਇੱਕ ਹੌਕਾ ਭਰਦਾ ਅਤੇ ਕਹਿੰਦਾ, ਉਹਨਾਂ ਦਿਨਾਂ ਦਾ ਨਕਸ਼ਾ ਹੀ ਹੋਰ ਸੀ। ਇਸ ਸਾਰੇ ਬਾਜ਼ਾਰ ਵਿੱਚ ਕੋਈ ਮਕਾਨ ਨਹੀਂ ਸੀ ਹੁੰਦਾ, ਬਸ ਦੁਕਾਨਾਂ ਹੀ ਦੁਕਾਨਾਂ ਸਨ ਜੋ ਸਾਰੀਆਂ ਦੀਆਂ ਸਾਰੀਆਂ ਚੌਲਾਂ ਦੀਆਂ ਸਨ। ਇਹਨਾਂ ਦੁਕਾਨਾਂ ਦੇ ਕੋਠਿਆਂ ਤੇ ਝੋਨਾ ਸੁਕਾਉਣ ਲਈ ਖਿਲਾਰਿਆ ਜਾਂਦਾ ਸੀ। ਪੀਲੀਆਂ ਛੱਤਾਂ ਸੋਨੇ ਦੀਆਂ ਬਣੀਆਂ ਮਾਲੂਮ ਹੁੰਦੀਆਂ ਸਨ। ਉਸ ਦੇ ਦੇਖਦੇ ਹੀ ਚੌਲਾਂ ਦੀ ਮੰਡੀ ਇੱਥੋਂ ਖਤਮ ਹੋ ਗਈ। ਇਹ ਸਾਰੀਆਂ ਦੁਕਾਨਾਂ ਵੱਡੇ ਮਕਾਨਾਂ ਵਿੱਚ ਬਦਲ ਗਈਆਂ। ਭਾਈ ਸਾਹਿਬ ਭਾਈ ਕਾਹਨ ਸਿੰਘ ਦੀ ਮੌਤ ਪਿੱਛੋਂ ਉਸ ਦੇ ਪੁੱਤਰਾਂ ਨੇ ਸ਼ਹਿਰ ਛੱਡ ਦਿੱਤਾ। ਉਹ ਬਾਹਰ ਕੋਠੀਆਂ ਵਿੱਚ ਰਹਿਣ ਲੱਗ ਪਏ ਸਨ ਅਤੇ ਲਾਹੌਰੀ ਦਰਵਾਜ਼ਿਓਂ ਬਾਹਰ ਉਹਨਾਂ ਨੇ ਖੰਡ ਅਤੇ ਕਪਾਹ ਦੇ ਕਾਰਖਾਨੇ ਲਾ ਲਏ ਸਨ। ਉਹਨਾਂ ਦਾ ਪੁਰਾਣਾ ਸੁਨਹਿਰੀ ਕੰਧਾਂ ਵਾਲਾ ਸ਼ੀਸ਼ ਮਹਿਲ ਗਵਾਂਢੀਆਂ ਦੀ ਰਿਪੋਰਟ ਤੇ ਕਮੇਟੀ ਨੇ ਕਢਵਾ ਦਿੱਤਾ ਸੀ, ਕਿਉਂਕਿ ਗਵਾਂਢੀਆਂ ਨੂੰ ਉਸ ਵਿੱਚ ਭੂਤਾਂ ਪ੍ਰੇਤਾਂ ਦੇ ਵਸਣ ਦਾ ਸ਼ੱਕ ਸੀ। ਜਦੋਂ ਬੁੱਢਾ ਖੁਦਾਬਖਸ਼ ਆਪਣੀ ਗੱਲ ਖਤਮ ਕਰ ਚੁੱਕਦਾ ਤਾਂ ਬੂਟਾ ਡਰਦਾ ਪੁੱਛਦਾ, ਬਾਪੂ, ਕਿਉਂ ਨਾ ਅਸੀਂ ਵੀ ਫਿਲਮੀ ਧੁਨਾਂ ਵਜਾਇਆ ਕਰੀਏ? ਅੱਗੋਂ ਬੁੱਢਾ ਫੁੰਕਾਰ ਕੇ ਕਹਿੰਦਾ, ਖੋਤੇ ਦਿਆ ਪੁੱਤਰਾ, ਤੂੰ ਫਿਲਮੀ ਧੁਨਾਂ ਵਜਾਏਂਗਾ ਹੁਣ? ਲਾਹੌਰ ਬਿਲਾ ਕੁਬੇਰ ਉਸਤਾਦ ਖੁਦਾਬਖਸ਼ ਦਾ ਪੁੱਤਰ ਫਿਲਮੀ ਧੁਨਾਂ ਵਜਾਏਗਾ? ਮੈਨੂੰ ਮਰ ਲੈਣ ਦੇ, ਫੇਰ ਜੋ ਜੀ ਚਾਹੋ ਕਰ ਲਵੀਂ। ਪਰ ਇਹ ਤੈਨੂੰ ਦੱਸ ਛੱਡਾਂ, ਫਿਰੋਜ਼ ਦੇ ਮੁਕਾਬਲੇ ਵਿੱਚ ਤੂੰ ਫੇਰ ਵੀ ਕਾਮਯਾਬ ਨਹੀਂ ਹੋ ਸਕਦਾ, ਕਿਉਂਕਿ ਬਰਫਖਾਨੇ ਵਾਲੇ ਸ਼ੇਖ ਅਹਿਮਦ ਸਾਦਕ ਨਾਲ ਉਸਦੀ ਭਾਈਵਾਲੀ ਹੈ। ਉਸ ਦੇ ਰੁਪਏ ਦੀ ਮਦਦ ਨਾਲ ਉਸਨੇ ਮੇਰੇ ਸਾਰੇ ਆਦਮੀ ਵੱਧ ਤਨਖਾਹ ਤੇ ਖਿੱਚ ਲਏ ਸਨ। ਅਤੇ ਤੇਰੇ ਕੋਲ ਕੀ ਹੈ, ਟੱਟੂ? ਇੰਜ ਬੁੱਢਾ ਆਪਣਾ ਸੈਕਸੋਫੋਨ ਚੁੱਕ ਕੇ ਪੀਲੂ ਬਾਗੇਸਰੀ ਜਾਂ ਮਾਲਕੌਂਸ ਦਾ ਅਲਾਪ ਕਰਨ ਲੱਗ ਪੈਂਦਾ। ਛੇਤੀ ਹੀ ਉਸਦਾ ਸਾਹ ਘੁੱਟੀਣ ਲੱਗ ਪੈਂਦਾ ਤੇ ਉਹ ਖੰਘਾਰਾਂ ਨਾਲ ਪੋਚੀ ਹੋਈ ਕੰਧ ਉੱਤੇ ਤਾਜ਼ੇ ਖੰਘਾਰਾਂ ਦਾ ਇੱਕ ਹੋਰ ਪਲਸਤਰ ਚਾੜ ਦਿੰਦਾ। ਪਰ ਬੂਟਾ ਸਿਰ ਨੀਵਾਂ ਸੁੱਟੀ ਸੋਚਦਾ ਰਹਿੰਦਾ ਕਿ ਉਹ ਕਿਉਂ ਪੈਸੇ ਕਮਾ ਕੇ ਫਿਰੋਜ਼ ਦੇ ਮੁਕਾਬਲੇ ਤੇ ਕਾਮਯਾਬ ਨਹੀਂ ਹੋ ਸਕਦਾ। ਉਸਨੂੰ ਬੁੱਢੇ ਦੀਆਂ ਦਲੀਲਾਂ ਵਿੱਚ ਕੋਈ ਵਜ਼ਨ ਨਹੀਂ ਸੀ ਨਜ਼ਰ ਆਉਂਦਾ। ਆਖਰ ਫਿਰੋਜ਼ ਜਾਂ ਸ਼ੇਖ ਅਹਿਮਦ ਸਾਦਕ ਮਾਂ ਦੇ ਪੇਟੋਂ ਤਾਂ ਰੁਪਇਆ ਨਾਲ ਨਹੀਂ ਸੀ ਲੈ ਕੇ ਆਏ, ਪਰ ਉਹ ਇਹ ਸੋਚ ਹੀ ਨਹੀਂ ਸੀ ਸਕਦਾ ਕਿ ਫਿਰੋਜ਼ ਦੇ ਕੰਮ ਤੇ ਰੁਪਇਆ ਲੱਗਦਾ ਸੀ ਸ਼ੇਖ ਅਹਿਮਦ ਸਾਦਕ ਦਾ, ਤੇ ਸ਼ੇਖ ਅਹਿਮਦ ਸਾਦਕ ਦੀ ਦੌਲਤ ਦਾ ਸੰਬੰਧ ਸੀ ਉਹਨਾਂ ਜਾਗੀਰਾਂ ਨਾਲ ਜਿਹੜੀਆਂ ਉਸਦੇ ਬਜ਼ੁਰਗਾਂ ਨੂੰ ਮਹਾਰਾਜਾ ਰਣਜੀਤ ਸਿੰਘ ਕੋਲੋਂ ਬਖਸ਼ਿਸ਼ ਵਿੱਚ ਮਿਲੀਆਂ ਸਨ। ਅਤੇ ਮਹਾਰਾਜਾ ਰਣਜੀਤ ਸਿੰਘ ਦੀ ਦੌਲਤ ਕਿੱਥੋਂ ਆਈ ਸੀ, ਇਸ ਦੇ ਪਿੱਛੇ ਇੱਕ ਲੰਮਾ ਇਤਿਹਾਸ ਸੀ ਜਿਹੜਾ ਬੂਟੇ ਨੇ ਕਦੇ ਨਹੀਂ ਸੀ ਪੜ੍ਹਿਆ। ਜਦੋਂ ਕਦੀ ਫਿਰੋਜ਼ ਆਪਣੇ ਝਮਝਮ ਕਰਦੀਆਂ ਵਰਦੀਆਂ ਵਾਲੇ 40 ਆਦਮੀਆਂ ਦੇ ਬੈਂਡ ਨਾਲ ਫਿਲਮੀ ਧੁਨਾਂ ਵਜਾਉਂਦਾ ਹੋਇਆ ਬਾਜ਼ਾਰ ਵਿੱਚੋਂ ਲੰਘਦਾ ਤਾਂ ਦੋਵੇਂ ਪਿਓ ਪੁੱਤਰ ਬਾਰੀ ਵਿੱਚ ਆ ਜਾਂਦੇ। ਬੂਟਾ ਬੜੀਆਂ ਲਾਲਸਾਂ ਭਰੀਆਂ ਅੱਖਾਂ ਨਾਲ ਉਸ ਵੱਲ ਵੇਖ ਛੱਡਦਾ ਰਹਿੰਦਾ, ਪਰ ਬੁੱਢਾ ਜ਼ੋਰ ਨਾਲ ਛੱਪੜ ਤੇ ਥੁੱਕ ਕੇ ਕਹਿੰਦਾ, ਬੇੜਾ ਗਰਕ ਕਰ ਦਿੱਤਾ ਮਰਾਸੀ ਨੇ ਕਲਾ ਦਾ। ਇੱਕ ਦਿਨ ਬੂਟੇ ਨੇ ਫਿਰ ਪਿਓ ਕੋਲੋਂ ਫਿਲਮੀ ਤਰਜ਼ਾਂ ਵਜਾਉਣ ਦੀ ਆਗਿਆ ਮੰਗੀ ਅਤੇ ਬੁੱਢੇ ਨੇ ਝਕਦਿਆਂ ਦੇ ਦਿੱਤੀ। ਅਸਲ ਵਿੱਚ ਸਵੇਰ ਤੋਂ ਬੁੱਢੇ ਦੇ ਢਿੱਡ ਵਿੱਚ ਕੁਝ ਨਹੀਂ ਸੀ ਪਿਆ, ਇੱਥੋਂ ਤੱਕ ਕਿ ਜਸਰਾਮ ਸਿੰਘ ਨੇ 2 ਪੈਸਿਆਂ ਵਾਲੀ ਚਾਹ ਦੀ ਪਿਆਲੀ ਵੀ ਹੋਰ ਉਧਾਰ ਦੇਣ ਤੋਂ ਨਾ ਕਰ ਦਿੱਤੀ ਸੀ। ਬੁੱਢੇ ਤੋਂ ਆਗਿਆ ਲੈ ਕੇ ਬੂਟਾ ਖੁਸ਼ੀ ਕੰਮ ਦੀ ਭਾਲ ਵਿੱਚ ਤੁਰ ਪਿਆ। ਇਨ੍ਹਾਂ ਦਿਨਾਂ ਵਿੱਚ ਵਿਸਾਖੀ ਤੇ ਮਾਲ ਮੰਡੀ ਲੱਗੀ ਹੋਈ ਸੀ। ਮੰਡੀ ਵਿੱਚ ਇੱਕ ਟਕਾ ਕੰਪਨੀ ਨੇ ਬੂਟੇ ਨੂੰ 8 ਆਨੇ ਦਿਹਾੜੀ ਤੇ ਨੌਕਰ ਰੱਖ ਲਿਆ। ਵਿਸਾਖੀ ਤੋਂ ਪਿੱਛੋਂ ਬੂਟੇ ਦੇ ਸਿਰ ਤੇ ਫਿਲਮੀ ਤਰਜ਼ਾਂ ਵਜਾਉਣ ਦਾ ਭੂਤ ਸਵਾਰ ਹੋਇਆ। ਉਹ ਸਾਰਾ ਦਿਨ ਕੰਮ ਦੀ ਭਾਲ ਕਰਦਾ ਤੇ ਰਾਤ ਨੂੰ ਫਿਲਮੀ ਤਰਜ਼ਾਂ ਵਜਾਉਣ ਦਾ ਅਭਿਆਸ ਕਰਦਾ। ਕਿਸੇ ਨੇ ਉਸ ਨੂੰ ਇੱਕ ਗ੍ਰਾਮੋਫੋਨ ਖਰੀਦ ਕੇ ਅਤੇ ਉਸ ਉੱਤੇ ਘੜੀ ਮੁੜੀ ਰਿਕਾਰਡ ਵਜਾ ਕੇ
ਤਰਜ਼ਾਂ ਦੀ ਨਕਲ ਕਰਨ ਦੀ ਸਲਾਹ ਦਿੱਤੀ, ਪਰ ਵਿਚਾਰੇ ਬੂਟੇ ਕੋਲ ਇੰਨੇ ਪੈਸੇ ਕਿੱਥੇ ਸਨ ਕਿ ਜਿਸ ਦੇ ਨਾਲ ਉਹ ਗ੍ਰਾਮੋਫੋਨ ਖਰੀਦ ਲੈਂਦਾ। ਉਹ ਰੋਜ਼ ਸ਼ਾਮ ਨੂੰ ਸਥਾਨਕ ਸਿਨੇਮੇ ਦੇ ਗੇਟਾਂ ਲਾਗੇ ਜਾ ਖਲੋਂਦਾ ਅਤੇ ਉੱਥੇ ਲਾਊਡ ਸਪੀਕਰ 'ਤੇ ਵੱਜ ਰਹੇ ਰਿਕਾਰਡ ਸੁਣ ਕੇ ਦਿਮਾਗ ਵਿੱਚ ਤਰਜ਼ਾਂ ਬਿਠਾਉਣ ਦਾ ਯਤਨ ਕਰਦਾ ਰਹਿੰਦਾ। ਰਾਤ ਨੂੰ ਬੂਟਾ ਆਪਣੇ ਕਲੌਰਨਟ ਜਾਂ ਬੱਤਕ ਵਾਂਗੂ ਬੋਲਣ ਵਾਲੇ ਪਿੱਤਲ ਦੇ ਵੱਡੇ ਸਾਰੇ ਸੈਕਸੋਫੋਨ ਵਿੱਚ ਇਹ ਧੁਨਾਂ ਢਾਲਣ ਦੀ ਕੋਸ਼ਿਸ਼ ਕਰਦਾ ਅਤੇ ਆਪਣੇ ਮਕਾਨ ਦੀ ਛੱਤ 'ਤੇ ਸੁੱਤੇ ਹੋਏ ਮੱਖੀ ਚੂਸ ਕਾਲੇ ਪਸਾਰੀ ਨੂੰ ਜਦੋਂ ਮੱਛਰਾਂ ਦੇ ਲੜਨ ਕਰਕੇ ਅਤੇ ਚੋਰਾਂ ਦੇ ਡਰ ਨਾਲ ਨੀਂਦ ਨਾ ਪੈਂਦੀ ਤਾਂ ਉਹ ਇਹਦੀ ਜ਼ਿੰਮੇਵਾਰੀ ਬੂਟੇ 'ਤੇ ਹੀ ਸੁੱਟ ਕੇ ਉਸ ਨੂੰ ਐਸੀਆਂ ਗੰਦੀਆਂ ਗਾਲਾਂ ਕੱਢਦਾ ਕਿ ਉਸ ਦੀ ਵਹੁਟੀ ਮੂੰਹ ਵਿੱਚ ਪੱਲਾ ਤੁੰਨ ਲੈਂਦੀ। ਹੁਨਾਲੇ ਦੀਆਂ ਦੁਪਹਿਰਾਂ ਵਿੱਚ ਜੇ ਕਦੀ ਲਾਲਾ ਤੀਰਥ ਰਾਮ ਦੀ ਨੀਂਦ ਖੁੱਲ੍ਹ ਜਾਂਦੀ ਤਾਂ ਉਹ ਬੂਟੇ ਨੂੰ ਇੰਨੀ ਉੱਚੀ ਕੋਸਦਾ ਕਿ ਲਾਗੇ ਸੁੱਤੇ ਹੋਏ ਉਹਨਾਂ ਦੇ ਬਾਲ ਬੱਚੇ ਵੀ ਆਪਣੀ ਡੂੰਘੀ ਨੀਂਦ ਵਿੱਚੋਂ ਜਾਗ ਪੈਂਦੇ। ਜਸਰਾਮ ਸਿੰਘ ਜਦੋਂ ਆਪਣੇ ਕਿਸੇ ਗਾਹਕ ਦੀ ਕੋਈ ਗੱਲ ਸਮਝ ਨਾ ਸਕਦਾ ਤਾਂ ਉਹ ਉਸ ਦਾ ਨਜ਼ਲਾ ਵੀ ਬੂਟੇ ਉੱਤੇ ਹੀ ਡੇਗਦਾ ਰਹਿੰਦਾ। ਬੂਟਾ ਬਾਜਾ ਵਜਾਉਂਦਾ ਅਤੇ ਉਸ ਦਾ ਪਿਓ ਕੌੜਾ ਘੁੱਟ ਭਰ ਕੇ ਤੰਬੂਰ ਤੇ ਤਾਲ ਦਿੰਦਾ। ਜਦੋਂ ਕਦੀ ਬੂਟਾ ਵਾਜਾ ਵਜਾਉਂਦਾ ਹੇਠਾਂ ਬਾਜ਼ਾਰ ਵਿੱਚ ਆਉਂਦਾ ਤਾਂ ਜਸਰਾਮ ਸਿੰਘ ਪੁੱਛਦਾ, ਕਿਉਂ ਬੂਟੇ, ਹੇਜ ਮਾਲੋ ਵੱਜ ਰਹੀ ਹੈ? ਬੂਟਾ ਚੁੱਪ ਹੋ ਜਾਂਦਾ ਤੇ ਹੱਸ ਕੇ ਤੁਰ ਜਾਂਦਾ। ਇਸ ਵਿੱਚ ਸੱਚਮੁੱਚ ਬੂਟੇ ਦਾ ਕੋਈ ਕਸੂਰ ਨਹੀਂ ਸੀ ਕਿ ਉਹ ਤਾਂ ਬਜਾਏ ਨਵੀਂ ਤੋਂ ਨਵੀਂ ਫਿਲਮ ਦੀ ਤਰਜ਼ ਬਾਲ ਆਏ ਵਸੋ ਮੇਰੇ ਮਨ ਮੈਂ ਜਾਂ ਨੀਲ ਕਮਲ ਮੁਸਕਰਾਏ ਅਤੇ ਜਸਰਾਮ ਸਿੰਘ ਨੂੰ ਉਹ ਸਦਾ ਹੀ ਹੇਜ ਮਾਲੋ ਸੁਣਾਈ ਦਿੰਦੀ ਸੀ। ਪਰ ਉਹ ਹੈਰਾਨ ਜ਼ਰੂਰ ਹੋਇਆ ਕਰਦਾ ਸੀ ਕਿ ਇਹ ਦੁਕਾਨਦਾਰ ਲੋਕ ਵੀ ਅਜੀਬ ਦਿਮਾਗ ਦੇ ਮਾਲਕ ਹਨ ਅਤੇ ਇਹਨਾਂ ਦੇ ਕੰਨਾਂ ਵਿੱਚ ਗੀਤਾਂ ਦੀਆਂ ਤਰਜ਼ਾਂ ਦਾ ਫਰਕ ਪਛਾਣਨ ਦਾ ਮਾਦਾ ਹੀ ਨਹੀਂ। ਬੁੱਢੇ ਖੁਦਾ ਬਖਸ਼ ਨੂੰ ਬਹੁਤਾ ਸਮਾਂ ਕੌੜੇ ਘੁੱਟ ਨਾ ਭਰਨੇ ਪਏ ਅਤੇ ਇੱਕ ਦਿਨ ਖੰਘਦੇ ਉਸ ਦਾ ਦਮ ਨਿਕਲ ਗਿਆ। ਬੁੱਢੇ ਦੇ ਮਰਨ ਪਿੱਛੋਂ ਬੂਟੇ ਨੂੰ ਫਿਲਮੀ ਤਰਜ਼ਾਂ ਵਜਾਉਣ ਦਾ ਪੂਰਾ ਸਵਰਾਜ ਮਿਲ ਗਿਆ, ਪਰ ਉਹ ਇਸ ਪੂਰਨ ਸਵਰਾਜ ਤੋਂ ਪੂਰਾ ਫਾਇਦਾ ਪ੍ਰਾਪਤ ਨਹੀਂ ਸੀ ਕਰ ਸਕਦਾ, ਕਿਉਂਕਿ ਪੂਰਾ ਫਾਇਦਾ ਤਾਂ ਤਦੇ ਹੀ ਉਠਾਇਆ ਜਾ ਸਕਦਾ ਸੀ ਜੇ ਉਸ ਕੋਲ ਇੱਕ ਗ੍ਰਾਮੋਫੋਨ ਹੁੰਦਾ। ਪਰ ਗ੍ਰਾਮੋਫੋਨ ਖਰੀਦਣ ਲਈ ਰੁਪਈਆਂ ਦੀ ਲੋੜ ਸੀ ਜੋ ਪੂਰਨ ਸਵਰਾਜ ਉਸ ਲਈ ਵਿਰਸੇ ਵਿੱਚ ਨਹੀਂ ਸੀ ਲਿਆਇਆ। ਇਸ ਤਰ੍ਹਾਂ ਉਹ ਪੂਰਨ ਸਵਰਾਜ ਅਧੂਰਾ ਹੋ ਕੇ ਰਹਿ ਗਿਆ ਸੀ। ਪਰ ਬੂਟੇ ਨੂੰ ਆਪਣੀ ਹਿੰਮਤ ਅਤੇ ਮਿਹਨਤ ਉੱਤੇ ਪੂਰਾ ਭਰੋਸਾ ਸੀ ਅਤੇ ਸਿਨੇਮੇ ਦਾ ਗੇਟ ਤਾਂ ਉਸ ਲਈ ਮੌਜੂਦ ਹੀ ਸੀ। ਆਖਿਰ ਉਹ ਫਿਲਮੀ ਤਰਜ਼ਾਂ ਉਹਨਾਂ ਦੇ ਸਮੁੱਚੇ ਰੂਪ ਵਿੱਚ ਵਜਾਉਣ ਦੇ ਕਾਬਲ ਹੋ ਗਿਆ। ਪਰ ਇਸ ਕੰਮ ਵਿੱਚ ਉਸ ਨੂੰ ਸਫਲਤਾ ਉਦੋਂ ਪ੍ਰਾਪਤ ਹੁੰਦੀ ਸੀ ਜਦੋਂ ਉਹ ਤਰਜ਼ ਫਿਰੋਜ਼ ਨੇ 2-3 ਮਹੀਨੇ ਪਹਿਲਾਂ ਇੰਨੀ ਬਹੁਲਤਾ ਨਾਲ ਵਜਾਉਣੀ ਹੁੰਦੀ ਕਿ ਉਹ ਬੱਚੇ ਦੀ ਜੀਭ ਤੇ ਚੜ੍ਹ ਜਾਂਦੀ ਸੀ ਅਤੇ ਇਸ ਤਰ੍ਹਾਂ ਉਸ ਵਿੱਚ ਕੋਈ ਫਾਰਮ ਬਾਕੀ ਨਹੀਂ ਸੀ ਰਹਿ ਜਾਂਦਾ। ਭਾਵੇਂ ਕੁਝ ਵੀ ਹੋਵੇ, ਇਸ ਦਾ ਕੁਝ ਨਾ ਕੁਝ ਤੇ ਲਾਭ ਹੋ ਹੀ ਗਿਆ ਸੀ। ਬੂਟੇ ਨੂੰ ਕੁੱਲ ਸ਼ਹਿਰ ਦੇ ਉਸ ਦੇ ਸਿਨੇਮਾ ਦੇ ਇਸ਼ਤਿਹਾਰੀ ਜਲੂਸ ਵਿੱਚ ਕੰਮ ਮਿਲਣ ਲੱਗ ਪਿਆ ਸੀ, ਜਿਸ ਵਿੱਚ ਕਾਲਾ ਚੋਰ ਉਰਫ ਹੁਕਮ ਕਾ ਯੱਕਾ ਅਤੇ ਯਾਦੂ ਦਾ ਡੰਡਾ ਉਰਫ ਹਫਸ਼ਕੀ ਹਸੀਨਾ ਵਰਗੀਆਂ ਫਿਲਮਾਂ ਦਿਖਾਈਆਂ ਜਾਂਦੀਆਂ ਸਨ। ਹੁਣ ਬੂਟਾ ਸੋਚਣ ਲੱਗ ਪਿਆ ਕਿ ਛੇਤੀ ਹੀ ਉਹ ਫਿਰੋਜ਼ ਨੂੰ ਭਾਂਜ ਦੇ ਕੇ ਆਪਣੇ ਪਿਓ ਦੀ ਗਵਾਚੀ ਹੋਈ ਸ਼ੋਹਰਤ ਮੁੜ ਪ੍ਰਾਪਤ ਕਰ ਲਵੇਗਾ। ਇਸ ਸਿਲਸਿਲੇ ਵਿੱਚ ਸਭ ਤੋਂ ਪਹਿਲਾ ਕੰਮ ਬੁੱਢੇ ਵਾਲਾਂ ਨੂੰ ਲਾ ਕੇ ਇੱਕ ਨਵਾਂ ਸਾਈਨ ਬੋਰਡ ਲਗਾਉਣਾ ਸੀ। ਅਖੀਰ ਇੱਕ ਦਿਨ ਇਹੋ ਜਿਹਾ ਹੀ ਆ ਗਿਆ ਜਿਸ ਦਿਨ ਬੂਟੇ ਨੂੰ ਉਸ ਦੇ ਮਹੀਨੇ ਦੀ ਪੂਰੀ ਤਨਖਾਹ ਮਿਲ ਗਈ। ਇਸ ਮਹੀਨੇ ਉਸਨੇ ਪੇਸ਼ਗੀ ਕੁਝ ਨਹੀਂ ਸੀ ਲਿਆ। ਤਨਖਾਹ ਦੇ ਰੁਪਏ ਖੀਸੇ ਵਿੱਚ ਪਾਈ ਬੂਟਾ ਖੁਸ਼ੀ ਘਰ ਵੱਲ ਨੂੰ ਤੁਰ ਪਿਆ। ਉਸਨੇ ਹਿਸਾਬ ਜੋੜਿਆ ਤਾਂ ਉਸਨੂੰ ਪਤਾ ਲੱਗਾ ਕਿ ਇਸ ਵਾਰ ਉਹ ਨਵੇਂ ਕੱਪੜੇ ਵੀ ਬਣਵਾ ਸਕਦਾ ਹੈ। ਪੁਰਾਣਾ ਸੂਟ ਦਿਨ ਵਿੱਚ 24 ਘੰਟੇ, ਹਫ਼ਤੇ ਵਿੱਚ 7 ਦਿਨ ਤੇ ਮਹੀਨੇ ਵਿੱਚ 4 ਹਫ਼ਤੇ ਲਗਾਤਾਰ ਕਈ ਮਹੀਨੇ ਪਹਿਨਣ ਕਰਕੇ ਕਾਫੀ ਮੈਲਾ ਹੋ ਗਿਆ ਸੀ। ਤੁਰਦੇ ਉਸਨੂੰ ਖਿਆਲ ਆਇਆ ਕਿ ਪੇਂਟਰ ਜੇ ਅੱਧੀ ਮਜ਼ਦੂਰੀ ਲੈ ਕੇ ਬੋਰਡ ਲਿਖ ਦੇਵੇ ਤਾਂ ਕਿੰਨਾ ਚੰਗਾ ਹੋਵੇ। ਪਰ ਉਸਦੀ ਆਸ ਘੱਟ ਵੱਧ ਹੀ ਸੀ ਕਿਉਂਕਿ ਇਕਰਾਰ ਮਿਆਦੋਂ ਵੱਧ ਚੁੱਕਾ ਸੀ। ਫਿਰ ਵੀ ਪੁੱਛ ਲੈਣ ਵਿੱਚ ਕੀ ਹਰਜ ਸੀ। ਸੋ ਜਦੋਂ ਉਸਨੇ ਪੇਂਟਰ ਨੂੰ ਉਸ ਦਾ ਇਕਰਾਰ ਯਾਦ ਕਰਵਾਇਆ
ਤਾਂ ਉਸਨੇ ਮਾਮੂਲੀ ਜਿਹੀ ਹੁੱਜਤ ਮਗਰੋਂ ਮਨਜ਼ੂਰ ਕਰ ਲਿਆ। ਸ਼ਾਇਦ ਲੰਗੜੇ ਪੇਂਟਰ ਨੂੰ ਇੰਨੀ ਦਿਨੀ ਮੰਦਾ ਲੱਗ ਰਿਹਾ ਸੀ। ਘਰ ਪਹੁੰਚ ਕੇ ਬੂਟੇ ਨੇ ਸਭ ਤੋਂ ਪਹਿਲਾਂ ਸਾਈਨ ਬੋਰਡ ਲਾ ਕੇ ਬੈਠਕ ਦੀ ਇੱਕ ਨੁੱਕਰੇ ਵਿੱਚ ਖੜਾ ਕਰ ਦਿੱਤਾ, ਤਾਂ ਜੋ ਕੱਲ ਜਦੋਂ ਉਹ ਡਿਊਟੀ ਤੋਂ ਵਾਪਸ ਆਏ ਤਾਂ ਉਸਨੂੰ ਬਹੁਤਾ ਚਿਰ ਨਾ ਲੱਗੇ ਅਤੇ ਬੋਰਡ ਛੇਤੀ ਪੇਂਟਰ ਦੀ ਹੱਟੀ ਤੇ ਪਹੁੰਚ ਜਾਏ। ਸਵੇਰੇ ਜਦੋਂ ਬੂਟਾ ਡਿਊਟੀ ਤੇ ਗਿਆ ਤਾਂ ਸਿਨੇਮੇ ਦੇ ਮੈਨੇਜਰ ਨੇ ਉਸਨੂੰ ਦੱਸਿਆ ਕਿ ਉਹਨਾਂ ਨੂੰ ਬੂਟੇ ਦੀ ਹੁਣ ਹੋਰ ਜ਼ਰੂਰਤ ਨਹੀਂ ਸੀ, ਕਿਉਂਕਿ ਉਹਨਾਂ ਨੇ ਫਿਰੋਜ਼ ਦੇ ਇੱਕ ਆਦਮੀ ਨੂੰ, ਜਿਹੜਾ ਉਸ ਤੋਂ ਚੰਗਾ ਵਾਜਾ ਵਜਾਉਂਦਾ ਸੀ, ਰੱਖ ਲਿਆ ਹੈ। ਅਗਲੇ ਦਿਨ ਲਾਲਾ ਤੀਰਥ ਰਾਮ ਨੇ ਜਸਰਾਮ ਸਿੰਘ ਨੂੰ ਇਹ ਨਵੀਂ ਖਬਰ ਸੁਣਾਈ ਕਿ ਬੂਟੇ ਦਾ ਸਾਈਨ ਬੋਰਡ ਬੂਟੇ ਦੇ ਕੋਠੇ ਤੇ ਬਗੈਰ ਛੱਤ ਦੇ ਮੁਸ਼ਕ ਮਾਰ ਰਹੇ ਪੈਖਾਨੇ ਉੱਤੇ ਪਿਆ ਛੱਤ ਦਾ ਕੰਮ ਕਰ ਰਿਹਾ ਹੈ। ਸ਼ਾਮ ਨੂੰ ਬੂਟੇ ਤੋਂ ਪੁੱਛਣ ਤੇ ਪਤਾ ਲੱਗਾ ਕਿ ਉਸਨੇ ਵਾਜਾ ਵਜਾਉਣਾ ਛੱਡ ਕੇ ਚਪੜਾਸੀ ਦੀ ਨੌਕਰੀ ਕਰ ਲਈ ਹੈ। ਸ਼ੁਕਰੀਆ।